अस्सलामुअलैकुम वरहमतुल्लाहि वबरकातुहू। दोस्तों, ਅੱਜ ਸ਼ਾਮ ਨੂੰ ਬਾਹਰ ਨਿਕਲੇ ਤੇ ਇੱਕ ਖਿਆਲ ਜ਼ਿਹਨ 'ਚ ਆਇਆ ਕਿ ਇਹ ਮੈਕਡੋਨਲਡ ਦੁਨੀਆ ਜਹਾਨ ਦੇ ਵਿੱਚ ਕਿਸੇ ਵੀ ਮੁਲਕ 'ਚ ਚਲੇ ਜਾਓ, ਐਸਾ ਇੱਕ ਬਿਜ਼ਨਸ ਹੈ ਕਿ ਬੱਚੇ ਤੋਂ ਲੱਗ ਕੇ ਬੁੱਢਿਆਂ ਤੱਕ ਸਭ ਇਹਨੂੰ ਜਾਣਦੇ ਨੇ। ਇਸ ਦੇ ਨਾਲ ਜਿਹੜਾ ਇੱਕ ਬਹੁਤ ਹੀ ਇੰਪੋਰਟੈਂਟ ਔਰ ਸਭ ਤੋਂ ਜ਼ਿੰਦਗੀ ਦਾ ਅਹਿਮ ਪੁਆਇੰਟ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ। ਇਹ ਨਾਲ ਸੈਰ ਕਰ ਰਹੇ ਹਾਂ ਜਿਹੜਾ ਫਰੈਂਕਫਰਟ ਦੇ ਵਿੱਚ ਈਸਟ ਦੇ ਇਲਾਕੇ ਦੇ ਵਿੱਚ ਨਾ ਕੀ ਨਾਂ ਇਹਦਾ ਫਰੀਡਬਰਗਰ ਲੰਚਟਰਸ ਹੈ, ਬੜਾ ਮਸ਼ਹੂਰ ਔਰ ਬੜਾ ਲੰਬਾ ਸਟਰੀਟ ਹੈ, ਮਿਡਲ ਸ਼ਹਿਰ ਦੇ ਵਿੱਚੋਂ ਚੱਲਦਾ। ਅਤੇ ਚਲਦਿਆਂ ਇਸ ਪਾਸੇ ਨੂੰ ਨਿਕਲਦੇ ਤੁਸੀਂ ਚਲੇ ਜਾਓ, ਇਹ ਨਵੇਂ ਘਰ ਬਣੇ ਨੇ ਇਸ ਇਲਾਕੇ। ਇਹ ਸਾਹਮਣੇ ਉਹ ਜਾ ਕੇ ਇੱਕ ਬੁਰਜ ਜਿਹਾ ਨਜ਼ਰ ਆ ਰਿਹਾ, ਇੱਥੋਂ ਅੱਗੇ ਚਲੇ ਜਾਓ ਤਾਂ ਫਿਰ ਇਲਾਕਾ ਬਾਦਵਿਲਬਲ ਇਸ ਸਾਈਡ 'ਤੇ ਆ ਜਾਂਦਾ। ਅਤੇ ਇਹ ਤਕਰੀਬਨ ਇਹਨਾਂ ਨੇ ਇਹਨੂੰ ਕਾਫੀ ਮੋਡੀਫਾਈ ਕੀਤਾ। ਦੇਖੋ ਦਰਮਿਆਨ ਦੇ ਵਿੱਚ ਬਿਲਕੁਲ ਇਹਦੇ ਇੱਕ ਪਟੜੀ ਹੈ ਜਿਹਦੇ ਉੱਤੇ ਟ੍ਰੇਨ ਵੀ ਚੱਲ ਰਹੀ ਹੈ ਔਰ ਉਸੇ ਪਟੜੀ ਦੇ ਉੱਤੇ ਬੱਸ ਵੀ ਚੱਲ ਰਹੀ ਹੈ। ਇਹਨੂੰ ਜਦੋਂ ਬੱਸ ਦਾ ਟਾਈਮ ਡਿਫਰੈਂਟ ਹੈ ਔਰ ਟ੍ਰੇਨ ਦਾ ਆਪਸ ਦੇ ਵਿੱਚ ਇਹਨਾਂ ਦਾ ਕਲੈਸ਼ ਨਹੀਂ ਹੋ ਸਕਦਾ। ਟ੍ਰੈਫਿਕ ਦਾ ਇਸ ਟਾਈਮ ਸ਼ਾਮ ਦਾ ਟਾਈਮ ਹੈ, ਬੜੀ ਜਮੂਦ ਯਾਨੀ ਆਰਾਮ ਦੇ ਨਾਲ ਚੱਲ ਰਹੀ। ਜਿਹੜੀ ਗੱਲ ਕਰਨ ਲੱਗੇ ਸੀ ਉਹ ਬਹੁਤ ਹੀ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਔਰ ਅਗਰ ਉਹਦੇ ਉੱਤੇ ਇਨਸਾਨ ਸਮਝ ਜਾਏ ਤਾਂ ਬਹੁਤ ਸਾਰੇ ਫਵਾਇਦ ਪਾ ਸਕਦਾ। ਚੰਦ ਦਿਨ ਪਹਿਲੇ ਇੱਕ ਬਹੁਤ ਨੌਜਵਾਨੀ ਦੇ ਆਲਮ 'ਚ ਇੱਕ ਯੰਗ ਖੂਬਸੂਰਤ ਲੜਕਾ 42-43 ਸਾਲ ਦੀ ਉਮਰ 'ਚ ਜਰਮਨੀ 'ਚ ਵਫਾਤ ਪਾ ਗਿਆ। ਉਸ ਤੋਂ ਪਹਿਲਾਂ ਪਿਛਲੇ ਸਾਲਾਂ ਦੇ ਵਿੱਚ ਵੀ ਨੌਜਵਾਨ ਲੋਕ 50 ਸਾਲ ਦੀ ਉਮਰ 'ਚ ਜਾਂ 45 ਸਾਲ ਦੀ ਉਮਰ 'ਚ ਕੋਈ ਸ਼ਦੀਦ ਬਿਮਾਰੀ ਲੱਗੀ ਅਚਾਨਕ ਔਰ ਉਹਦਾ ਇਲਾਜ ਨਾ ਹੋ ਸਕਿਆ ਜਾਂ ਹਾਰਟ ਦੀ ਫੇਲਰ ਦੀ ਵਜ੍ਹਾ ਤੋਂ ਵਫਾਤ ਸਾਹਮਣੇ ਆਈਆਂ। ਹੁਣ ਇਹ ਅੱਜ ਇੱਕ ਖਬਰ ਮਿਲੀ ਕਿ ਸਾਡੇ ਇੱਕ ਬਹੁਤ ਹੀ ਬਜ਼ੁਰਗ ਉਸਤਾਦ ਮਾਸਟਰ ਅਬਦੁਲ ਸਮੀ ਸਾਹਿਬ ਪਾਕਿਸਤਾਨ ਰਵਾ 'ਚ ਕਾਫੀ ਲੰਬੀ ਉਮਰ ਪਾ ਕੇ ਮਾਸ਼ਾਅੱਲਾ ਫੌਤ ਹੋ ਗਏ ਨੇ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਇੱਕ ਰਿਜ਼ਲਟ ਬੜਾ ਕਲੀਅਰ ਕੱਟ ਆਉਂਦਾ ਕਿ ਅਗਰ ਇਨਸਾਨ ਨੇ ਲੰਬੀ ਜ਼ਿੰਦਗੀ ਪਾਣੀ ਹੈ, ਇਹ ਜਿਹੜੀਆਂ ਸੈਰਾਂ ਜਾਂ ਅਸੀਂ ਦੌੜਾਂ ਜਾਂ ਜਿਸਮ ਦੀਆਂ ਵਰਜ਼ਿਸ਼ਾਂ ਇਹ ਸਾਰੀਆਂ ਆਪਣੀ ਜਗ੍ਹਾ 'ਤੇ ਬਿਲਕੁਲ ਠੀਕ ਨੇ, ਲੇਕਿਨ ਜਿਹੜਾ ਸਭ ਤੋਂ ਇੰਪੋਰਟੈਂਟ ਪੁਆਇੰਟ ਉਹ ਇਹ ਵੇ ਕਿ ਜ਼ਿੰਦਗੀ ਦੇ ਵਿੱਚ ਜਿਹਦਾ ਸਭ ਤੋਂ ਲੰਬਾ ਅਰਸਾ ਤੁਸੀਂ ਜਿਸ ਦੇ ਨਾਲ ਗੁਜ਼ਾਰਨਾ ਹੈ ਉਹ ਤੁਹਾਡਾ ਲਾਈਫ ਪਾਰਟਨਰ ਹੈ, ਯਾਨੀ ਕਿ ਤੁਹਾਡੀ ਬੀਵੀ। ਹੁਣ ਉਹਦੇ ਵਿੱਚ ਇਹਦਾ ਰੋਲ ਕੀ ਹੈ ਲੰਬੀ ਜ਼ਿੰਦਗੀ ਦੇ ਵਿੱਚ? ਇਹ ਲੰਬੀ ਜ਼ਿੰਦਗੀ ਦੇ ਵਿੱਚ ਰੋਲ ਇਹ ਹੈ ਕਿ ਜਿਸ ਬੰਦੇ ਨੇ ਜ਼ਿੰਦਗੀ 'ਚ ਸੁੱਖ ਪਾਉਣਾ ਔਰ ਹੱਸਦਿਆਂ ਖੇਡਦਿਆਂ ਜ਼ਿੰਦਗੀ ਗੁਜ਼ਾਰਨੀ ਹੈ, ਉਹਦੀ ਜ਼ਿੰਦਗੀ ਲੰਬੇ ਹੋਣ ਦੇ ਚਾਂਸਿਸ ਹਰ ਸੂਰਤ 'ਚ ਮੌਜੂਦ ਨੇ, ਕਿਉਂਕਿ ਉਹ ਬਿਮਾਰੀਆਂ ਤੋਂ ਮਹਿਫੂਜ਼ ਰਹੇਗਾ ਔਰ ਉਹ ਜ਼ਿਹਨੀ ਟੈਨਸ਼ਨਾਂ ਤੋਂ ਮਹਿਫੂਜ਼ ਰਹੇਗਾ। ਲੇਕਿਨ ਜਿਸ ਬੰਦੇ ਨੇ ਸੁੱਖ ਨਾ ਪਾਇਆ ਜ਼ਿੰਦਗੀ 'ਚ ਆਪਣੇ ਲਾਈਫ ਪਾਰਟਨਰ ਤੋਂ, ਉਹ ਵਾਲਾ ਬੰਦਾ ਇਸ ਦੁਨੀਆ ਤੋਂ ਜਾਂ ਕਿਸੇ ਬਿਮਾਰੀ 'ਚ ਮੁਬਤਲਾ ਹੋ ਕੇ ਜਾਂ ਫਿਰ ਇਹ ਹੈ ਕਿ ਟੈਨਸ਼ਨਾਂ ਦੀ ਵਜ੍ਹਾ ਤੋਂ ਜਲਦੀ ਹਾਰਟ ਅਟੈਕ ਦੀ ਵਜ੍ਹਾ ਤੋਂ ਦੁਨੀਆ 'ਚ ਜਾਣ ਦੇ ਚਾਂਸਿਸ ਹੁੰਦੇ। ਦੁਨੀਆ ਦਾ ਐਨਾਲਿਸਿਸ ਕਰ ਲਓ। ਉਹਦੇ ਵਾਸਤੇ ਮੇਰੇ ਜ਼ਿਹਨ 'ਚ ਖਿਆਲ ਆਇਆ ਕਿ ਮੀਆਂ ਬੀਵੀ ਦਾ ਮਾਮਲਾ ਇੰਝ ਦਾ ਹੈ, ਜਾਂ ਖਰੀਦ ਲਓ ਅਤੇ ਜਾਂ ਫਿਰ ਵਿਕ ਜਾਓ। ਜੇ ਖਰੀਦਣ ਦੀ ਤਾਕਤ ਨਹੀਂ ਰੱਖਦੇ, ਖਰੀਦ ਨਹੀਂ ਸਕਦੇ, ਖਰੀਦਣ ਤੋਂ ਮੁਰਾਦ ਇਹ ਵੇ ਕਿ ਆਪਣੀ ਬੀਵੀ ਨੂੰ ਤੁਸੀਂ ਇੰਨਾ ਕੁ ਖੁਸ਼ੀਆਂ ਹਰ ਲਿਹਾਜ਼ ਨਾਲ, ਉਹਦੀਆਂ ਹਰ ਤਰ੍ਹਾਂ ਦੀਆਂ ਆਦਾਤ ਦੇ ਨਾਲ ਉਹਨੂੰ ਖਰੀਦ ਕੇ ਉਹਨੂੰ ਇੰਨਾ ਕੁ ਉਹਦੇ ਉੱਤੇ ਆਪਣੇ ਅੱਛੇ ਅਖਲਾਕ ਦਾ ਜਾਂ ਅੱਛੇ ਨਮੂਨੇ ਦਾ ਸਤਾਓ ਕਿ ਉਹ ਤੁਹਾਡੀ ਕਿਸੇ ਗੱਲ ਨੂੰ ਰਿਜੈਕਟ ਨਾ ਕਰ ਸਕੇ। ਅਗਰ ਇਹ ਨਹੀਂ ਕਰ ਸਕਦੇ ਤਾਂ ਫਿਰ ਵਿਕ ਜਾਓ। ਵਿਕਣ ਤੋਂ ਮੁਰਾਦ ਇਹ ਵੇ ਕਿ ਅਗਰ ਤੁਹਾਡੀ ਬੀਵੀ ਜਿਹੜੀ ਹੈ ਤੁਹਾਨੂੰ ਕੋਈ ਕੰਮ ਕਹਿੰਦੀ ਹੈ, ਤੁਹਾਡੇ ਨਾਲ ਨਾਰਾਜ਼ ਹੁੰਦੀ ਹੈ ਤੁਹਾਨੂੰ, ਔਰ ਇਹ ਚੀਜ਼ਾਂ ਹਰ ਇਨਸਾਨ ਦੀ ਜ਼ਿੰਦਗੀ ਦੇ ਨਾਲ ਲੱਗੀਆਂ ਨੇ। ਜਿੰਨੇ ਵੀ ਇੱਥੇ ਬਜ਼ੁਰਗ ਹੋ ਚੁੱਕੇ ਨੇ ਜਾਂ ਦੁਨੀਆ ਦੇ ਵਿੱਚ ਜਿੰਨੇ ਵੀ ਨੌਜਵਾਨ ਨੇ, ਸ਼ਾਦੀ ਦੇ ਬਾਅਦ ਹਰ ਇਨਸਾਨ ਦੀ ਜ਼ਿੰਦਗੀ ਦੇ ਨਾਲ ਇਹ ਚੀਜ਼ ਜੁੜ ਜਾਂਦੀ ਹੈ, ਕਿਉਂਕਿ ਦੋ ਤਬੀਅਤਾਂ, ਦੋ ਦੁਨੀਆ ਦੇ ਲੋਕ ਇਕੱਠੇ ਇੱਕ ਘਰ ਦੇ ਵਿੱਚ ਹੁੰਦੇ ਨੇ। ਹੁਣ ਇੱਕ ਚੀਜ਼ ਜਿਹੜੀ ਖਲੀਫਤੁਲ ਮਸੀਹ ਰਾਬੇ ਨੇ ਫਰਮਾਇਆ ਸੀ ਕਿ ਉਹ ਇਨਸਾਨ ਬੜਾ ਹੀ ਖੁਸ਼ਕਿਸਮਤ ਇਨਸਾਨ ਹੈ
ਜਿਹਨੂੰ ਇੱਕ ਨੇਕ ਔਰ ਖੁਸ਼ ਅਖਲਾਕ ਬੀਵੀ ਮਿਲ ਜਾਂਦੀ ਹੈ, ਉਹਦੀ ਜੰਨਤ ਇਸ ਦੁਨੀਆ 'ਚ ਹੀ ਬਣ ਜਾਂਦੀ ਹੈ। ਔਰ ਇਸ ਦੇ ਆਪੋਜ਼ਿਟ ਵੀ ਹੋ ਸਕਦਾ। ਤੁਹਾਨੂੰ ਪਤਾ ਤੇ ਕੋਈ ਨਹੀਂ ਕਿ ਤੁਹਾਡੀ ਇੱਕ ਬੀਵੀ ਹੈ, ਤੁਸੀਂ ਨਹੀਂ ਜਾਣਦੇ ਉਹਦਾ ਕੀ ਯਾਨੀ ਕਿ ਉਹਦਾ ਪਿੱਛੇ ਬੈਕਗਰਾਉਂਡ ਕੀ ਹੈ, ਕਿਸ ਮਾਹੌਲ 'ਚੋਂ ਬੜੀ ਪਲੀ ਹੈ, ਕਿਹੜਾ ਉਹਨੂੰ ਮਾਹੌਲ ਮਿਲਿਆ। ਨੇਕ ਵੀ ਹੋ ਸਕਦੀ ਹੈ, ਖੁਸ਼ ਅਖਲਾਕ ਵੀ ਹੋ ਸਕਦੀ ਹੈ, ਲੇਕਿਨ ਆਪੋਜ਼ਿਟ ਵੀ ਹੋ ਸਕਦੀ ਹੈ। ਲੇਕਿਨ ਜਦੋਂ ਸ਼ਾਦੀ ਹੋ ਗਈ ਉਹਦੇ ਬਾਅਦ ਫਿਰ ਤੁਸੀਂ ਅਗਰ ਆਪਣੀ ਜ਼ਿੰਦਗੀ ਲੰਬੀ ਪਾਣੀ ਹੈ ਤੇ ਫਿਰ ਤੁਹਾਨੂੰ ਜਾਂ ਵਿਕ ਜਾਓ ਤੇ ਜਾਂ ਵਿਕਣ ਵਾਲੇ ਖਰੀਦ ਲਓ। ਤੇ ਅੱਜ ਦਾ ਜਿਹੜਾ ਮੈਸੇਜ ਜਾਂ ਇੰਪੋਰਟੈਂਟ ਗੱਲ ਇਹ ਹੀ ਹੈ ਕਿ ਬਾਵਜੂਦ ਇਸ ਦੇ ਕਿ ਹਰ ਇਨਸਾਨ ਦੀ ਜ਼ਿੰਦਗੀ ਜਿਹੜਾ ਸ਼ਾਦੀशुदा ਉਹਦੇ ਵਿੱਚ ਊਂਚ ਨੀਚ ਔਰ ਚਪਕਲਸ਼ਾਂ ਔਰ ਮੁਖਤਲਿਫ ਰਾਏ ਦੇ ਉੱਤੇ ਇਖਤਲਾਫ, ਬੱਚਿਆਂ ਦੀਆਂ ਸ਼ਾਦੀਆਂ 'ਤੇ ਇਖਤਲਾਫ, ਰਿਸ਼ਤੇਦਾਰਾਂ ਨੂੰ ਮਿਲਣ 'ਤੇ ਇਖਤਲਾਫ, ਬਾਕੀ ਦੇ ਖਰੀਦੋ ਫਰੋਖਤ 'ਤੇ ਇਖਤਲਾਫ, ਇੰਨੇ ਕੁ ਜ਼ਿਆਦਾ ਇਖਤਲਾਫ ਦੇ ਮੌਕੇ ਪੈਦਾ ਹੁੰਦੇ ਨੇ ਕਿ ਤੁਸੀਂ ਉਹਨਾਂ ਨੂੰ ਕਵਰ ਨਹੀਂ ਕਰ ਸਕਦੇ। ਮਾਸਵਾਏ ਇਸ 'ਤੇ ਕਿ ਤੁਸੀਂ ਇੱਕ ਤਹਈਆ ਕਰ ਲਿਆ ਕਿ ਮੈਂ ਅਗਰ ਜ਼ਿੰਦਗੀ ਪੁਰਸਕੂਨ ਔਰ ਲੰਬੀ ਗੁਜ਼ਾਰਨੀ ਹੈ ਤੇ ਫਿਰ ਮੈਨੂੰ ਜਾਂ ਮੈਂ ਖਰੀਦ ਲਵਾਂ ਬੀਵੀ ਨੂੰ ਤੇ ਜਾਂ ਮੈਂ ਵਿਕ ਜਾਵਾਂ। ਉਹਦੇ ਇਲਾਵਾ ਹੱਲ ਕੋਈ ਨਹੀਂ। ਔਰ ਅਗਰ ਇਸ ਚੀਜ਼ ਨੂੰ ਬੰਦਾ ਗਹਿਰਾਈ ਦੇ ਨਾਲ ਸਮਝ ਜਾਏ ਇਸ ਨੁਕਤੇ ਨੂੰ, ਤੇ ਮੇਰਾ ਖਿਆਲ ਹੈ, ਮੈਂ ਉਮੀਦ ਰੱਖਣਾ ਕਿ ਜਿਹੜੇ ਲੋਕ ਨੇ ਜਿਹੜੇ ਅਚਾਨਕ 40-50 ਸਾਲ ਦੀ ਉਮਰ ਦੇ ਵਿੱਚ ਕਿਸੇ ਬਿਮਾਰੀ 'ਚ ਮੁਬਤਲਾ ਹੋ ਕੇ ਜਾਂ ਹਾਰਟ ਅਟੈਕ ਨਾਲ ਜਾਂਦੇ ਨੇ, ਮੇਰਾ ਖਿਆਲ ਉਹ ਜ਼ਿੰਦਗੀਆਂ ਲੰਮੀਆਂ ਪਾਉਣਗੇ। ਸਾਡੇ ਬਜ਼ੁਰਗਾਂ ਦੀਆਂ ਤਾਂ ਸਾਡੇ ਸਾਹਮਣੇ ਨੇ ਮਿਸਾਲਾਂ। ਉਹਨਾਂ ਵਕਤਾਂ ਦੇ ਵਿੱਚ ਪਹਿਲਾਂ ਖੁਰਾਕਾਂ ਵੀ ਠੀਕ ਸਨ, ਲੇਕਿਨ ਉਹਨਾਂ ਦਾ ਤਰੀਕਾਕਾਰ ਜਿਹੜਾ ਸੀ ਨਾ ਸਿਸਟਮ ਚਲਾਉਣ ਦਾ, ਉਹ ਸਾਡੇ ਨਾਲ ਮੁਖਤਲਿਫ ਸੀ। ਹੁਣ ਆ ਗਏ ਹੈਂਡੀ, ਹੁਣ ਆ ਗਿਆ ਇਲੈਕਟ੍ਰਿਕ ਟਾਕ, ਹਰ ਬੰਦੇ ਦੇ ਵਿੱਚ ਸਬਰ ਬਰਦਾਸ਼ਤ ਖਤਮ ਹੁੰਦੀ ਜਾ ਰਹੀ ਹੈ। ਉਹਦੇ ਵਿੱਚ ਬਿਲਕੁਲ ਇੰਝ ਹੈ ਕਿ ਬਸ ਤਿਆਰ ਬੈਠਾ ਹੁੰਦਾ ਕਿ ਮੈਨੂੰ ਕੋਈ ਮੌਕਾ ਮਿਲੇ ਤੇ ਮੇਰੇ ਵਾਸਤੇ ਕਿਹੜਾ ਮੁਸ਼ਕਲ ਹੈ, ਮੇਰੇ ਹੱਥ 'ਚ ਹੈਂਡੀ, ਮੈਂ ਬਹਿ ਕੇ ਸਾਰਾ ਦਿਨ ਟਾਈਮ, ਮੇਰੇ ਕੋਲ ਫੇਸਬੁੱਕ ਹੈ, ਮੇਰੇ ਕੋਲ ਲੈਪਟਾਪ ਹੈ। ਔਰ ਉਹ ਜਨਾਬ ਤੁਹਾਡੇ ਜਿਹੜੇ ਤਾਲੁਕਾਤ ਨੇ ਵਿਗੜਦੇ ਉਹ ਬਿਲਕੁਲ ਐਂਡ 'ਤੇ ਪਹੁੰਚ ਜਾਂਦੇ ਨੇ। ਔਰ ਇੱਕ ਦਿਨ ਫਿਰ ਉਹ ਜਿਹਨੂੰ ਟੈਨਸ਼ਨਾਂ ਪੱਕਦੀਆਂ ਰਹਿੰਦੀਆਂ ਨੇ, ਇਨਸਾਨ ਨੂੰ ਮਹਿਸੂਸ ਨਹੀਂ ਹੁੰਦਾ, ਲੇਕਿਨ ਉਹਦੀਆਂ ਟੈਨਸ਼ਨਾਂ ਨੇ ਪੱਕ ਬਿਮਾਰੀ ਬਣ ਜਾਂਦੀਆਂ ਨੇ, ਜਾਂ ਔਰ ਹਾਰਟ ਅਟੈਕ ਦੀ ਸ਼ਕਲ ਅਖਤਿਆਰ ਕਰ ਲੈਂਦੀਆਂ ਨੇ, ਜਾਂ ਕੋਈ ਹੋਰ ਬਿਮਾਰੀ ਬਣ ਕੇ ਉਹ ਆਪਣਾ ਤੁਹਾਨੂੰ ਲੈ ਦੇ ਜਾਂਦੀਆਂ ਨੇ। ਇਸ ਵਾਸਤੇ ਮੇਰਾ ਇੱਕ ਜ਼ਾਤੀ ਖਿਆਲ ਹੈ, ਅਗਰ ਤੁਸੀਂ ਦੋਸਤ ਇਹਦੇ ਨਾਲ ਇਤਫਾਕ ਕਰਦੇ ਹੋ ਤੇ ਜ਼ਰੂਰ ਕਮੈਂਟਸ ਦੇਣਾ ਕਿ ਬਈ ਵਾਕਈ ਇੰਝ ਕਰਦੇ, ਔਰ ਅਗਰ ਨਹੀਂ ਕਰਦੇ ਫਿਰ ਵੀ ਦੱਸੋ, ਤਾਂ ਕਿ ਇਨਸਾਨ ਤੇ ਹਮੇਸ਼ਾ ਕਬਰ ਤੇ ਜਾਣ ਤੱਕ ਸਿੱਖਦਾ ਰਹਿੰਦਾ। ਇਹ ਦੇਖੋ ਨਾਲ ਤੁਸੀਂ ਨਜ਼ਾਰੇ ਦੇਖ ਲਏ ਜੇ, ਲੋਕ ਕਿਸ ਤਰ੍ਹਾਂ ਸਾਈਕਲਿੰਗ ਜਿਹੜੀ ਹੈ, ਇੰਨਾ ਵੱਡਾ ਗਰੁੱਪ ਜਿਹੜਾ ਸਾਈਕਲਾਂ 'ਤੇ ਲੋਕ ਇੰਜੋਏ ਕਰਦੇ ਨੇ ਜਦੋਂ ਮੌਸਮ ਅੱਛਾ ਹੋਵੇ, ਬਾਰਿਸ਼ ਨਾ ਹੋ ਰਹੀ ਹੋਏ। ਤੇ ਜ਼ਿੰਦਗੀ ਨੂੰ ਇੰਜੋਏ ਕਰਿਆ ਕਰੋ। ਅੱਲਾਹ ਤਾਲਾ ਨੇ ਬੜੀ ਮੁਖਤਸਰ ਜੀ ਜ਼ਿੰਦਗੀ ਦਿੱਤੀ ਹੈ। ਆਪਣੇ ਇਖਤਲਾਫਾਤ, ਆਪਣੀ ਪਰੇਸ਼ਾਨੀਆਂ, ਆਪਣੀਆਂ ਟੈਨਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਇੱਕੋ ਹੀ ਗੱਲ ਹੈ, ਜਾਂ ਵਿਕ ਜਾਓ ਤੇ ਜਾਂ ਖਰੀਦ ਲਓ। ਤੇ ਅੱਲਾਹ ਤਾਲਾ ਤੁਹਾਨੂੰ ਖੁਸ਼ੋ ਖੁਰਮ ਰੱਖੇ। ਸਾਡੇ ਅੱਜ ਜਿਹੜੇ ਬਜ਼ੁਰਗ ਗਏ ਨੇ, ਕਿੰਨੀ ਲੰਬੀ ਉਮਰ ਮਾਸ਼ਾਅੱਲਾ ਪਾ ਗਏ, ਉਹਨਾਂ ਦੇ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੇ ਸ਼ਾਗਿਰਦ ਜਿਹੜੇ ਨੇ ਫੈਲੇ, ਉਹਨਾਂ ਦਾ ਹਲੀਮ ਤਬੀਅਤ और ਸਾਰੇ ਜ਼ਿਕਰ ਖੈਰ ਕਰ ਰਹੇ। ਅੱਲਾ ਸਭ ਨੂੰ ਇਸ ਤਰ੍ਹਾਂ ਦੀਆਂ ਲੰਮੀਆਂ ਉਮਰਾਂ ਅਤਾ ਕਰੇ, ਖੁਸ਼ੀਆਂ ਵਾਲੀਆਂ। ਅੱਲਾ ਹਾਫਿਜ਼।